ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਗੁਰਸਿੱਖ ਪਿਆਰੇ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰਨਾ ਚਾਹੁੰਦੇ ਨੇ, ਉਹਨਾਂ ਵਾਸਤੇ ਇੱਕ ਕੰਟੀਨਿਊ ਸੀਰੀਜ਼ ਸ਼ੁਰੂ ਕੀਤੀ ਗਈ ਹੈ। ਅੱਧੇ ਘੰਟੇ ਦੀ ਵੀਡੀਓ ਤੁਸੀਂ ਗੁਰੂ ਦੇ ਪਿਆਰ ਵਿੱਚ ਆ ਕੇ ਫੋਲੋ ਕਰਨੀ ਹੈ। ਨਾਲੇ ਤੇ ਪਾਵਨ ਪਵਿੱਤਰ ਗੁਰਬਾਣੀ ਦਾ ਸਹਿਜ ਪਾਠ ਹੋ ਜਾਏਗਾ, ਨਾਲੇ ਅਰਥ ਸੁਣਦਿਆਂ ਸੁਣਦਿਆਂ ਸਾਡੇ ਅੰਦਰ ਇੰਸਟਾਲ ਹੋਣਗੇ। ਕਿਸੇ ਸਮੇਂ ਵੀ ਇਸ ਅਰਥਾਂ ਸਮੇਤ ਸਹਿਜ ਪਾਠ ਦੇ ਪਿਛਲੇ ਐਪੀਸੋਡਸ ਦੇਖਣ ਵਾਸਤੇ YouTube ਦੇ ਗੁਰਗਿਆਨ TV ਤੇ ਜਾਣਾ। ਇਹ ਲੋਗੋ ਤੁਹਾਨੂੰ ਦਿਖਾਈ ਦੇਗਾ। ਗੁਰਗਿਆਨ TV ਦੇ ਅੰਦਰ ਇੱਕ ਪਲੇਲਿਸਟ ਹੈ SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚ ਇਹ ਸਾਰੇ ਐਪੀਸੋਡਸ ਤੁਹਾਨੂੰ ਮਿਲ ਜਾਣਗੇ। ਜੇ ਤੁਸੀਂ ਹਾਲੇ ਤੱਕ ਗੁਰਗਿਆਨ TV ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਦੇਣਾ, ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਇਆ ਕਰੇ। ਜਿਨ੍ਹਾਂ ਨੂੰ ਉਪਰਾਲਾ ਚੰਗਾ ਲੱਗਿਆ, ਆਪਣੇ ਮਿੱਤਰਾਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਜ਼ਰੂਰ ਇਹ ਲਿੰਕ ਭੇਜਣਾ। ਹਰ ਇੱਕ ਨੂੰ ਦੱਸਣਾ, ਆਓ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਦੀ ਬੜੀ ਹੀ ਪਿਆਰੀ ਪੰਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਸਹਿਜੇ ਸਹਿਜੇ ਅਰਥਾਂ ਸਮੇਤ ਸਹਿਜ ਪਾਠ ਕਰਦੇ ਹਾਂ। ਅੱਜ 2.5 ਮਹੀਨਿਆਂ ਤੋਂ ਉੱਪਰ ਹੋ ਗਿਆ ਹੈ। ਆਨੰਦ ਬਣ ਰਿਹਾ ਹੈ, ਮਨ ਨੂੰ ਸੰਤੁਸ਼ਟੀ ਮਿਲ ਰਹੀ ਹੈ। ਗੁਰੂ ਸਾਹਿਬ ਨਾਲ ਗੱਲਾਂ ਕਰ ਰਹੇ ਹਾਂ, ਮਨ ਅੰਦਰ ਇੱਕ ਜਜ਼ਬਾ ਜਾਗ ਰਿਹਾ ਗੁਰੂ ਦੇ ਉਪਦੇਸ਼ ਮੰਨਣ ਦਾ। 2 ਪਰਿਵਾਰਾਂ ਦੀ ਫੀਡਬੈਕ ਆਈ, ਭਾਈ ਸਾਹਿਬ ਜੀ ਅਸੀਂ ਕਦੀ ਸੋਚਿਆ ਤੱਕ ਨਹੀਂ ਸੀ ਕਿ ਅਸੀਂ ਵੀ ਕਦੀ ਸਹਿਜ ਪਾਠ ਕਰ ਲਵਾਂਗੇ। ਇੰਨਾ ਸੌਖਾ ਲੱਗਣ ਲੱਗ ਪਿਆ। ਅਸੀਂ ਆਪਣੇ ਆਪ ਨੂੰ ਵਡਭਾਗੀ ਮੰਨਦੇ ਹਾਂ ਕਿ ਸਾਡੇ ਬੱਚੇ ਬਚਪਨ ਤੋਂ ਹੀ ਇਸ ਪਾਸੇ ਤੁਰ ਪਏ ਨੇ। ਸ਼ੁਕਰ ਵਾਹਿਗੁਰੂ ਜੀ ਦਾ, ਸ਼ੁਕਰ ਵਾਹਿਗੁਰੂ ਜੀ ਦਾ। ਜਦੋਂ ਪਰਿਵਾਰ, ਬੱਚੇ ਸਹਿਜ ਪਾਠ ਨਾਲ ਜੁੜਦੇ ਨੇ, ਮਨ ਨੂੰ ਮਹਿਸੂਸ ਹੁੰਦਾ ਵਾਹਿਗੁਰੂ ਜੀ ਇਹ ਸੇਵਾ ਪ੍ਰਵਾਨ ਕਰ ਰਹੇ ਨੇ। ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 77 ਦੇ ਉੱਪਰ ਅੰਕਿਤ ਗੁਰੂ ਉਪਦੇਸ਼ ਵਿੱਚ, ਗੁਰੂ ਦੇ ਗਿਆਨ ਰੂਪੀ ਸਰੋਵਰ ਦੇ ਵਿੱਚ ਡੁੱਬੀਆਂ ਮਾਰ ਕੇ ਗੁਰੂ ਤੋਂ ਮਿੱਠੇ ਮਿੱਠੇ ਹਲੂਣੇ ਪ੍ਰਾਪਤ ਕਰੀਏ। ਚੌਥੇ ਪਹਿਰੇ ਰਹਿਣ ਕੈ ਬਣਜ਼ਾਰਿਆ ਮਿੱਤਰਾ, ਹਰ ਚੱਲਣ ਵੇਲਾ ਆਂਦੀ। ਜ਼ਿੰਦਗੀ ਦੇ ਚੌਥਾ ਪਹਿਰ ਬੁਢੇਪਾ ਐ ਬਣਜ਼ਾਰਿਆ ਮਿੱਤਰਾ, ਚੱਲਣ ਦਾ ਸਮਾਂ ਆ ਗਿਆ। ਹਰ ਚੱਲਣ ਵੇਲਾ ਰੱਬ ਦੇ ਕੋਲ ਜਾਣ ਦਾ। ਕਰ ਸੇਵਹੁ ਪੂਰਾ ਸਤਿਗੁਰੂ, ਬਣਜ਼ਾਰਿਆ ਮਿੱਤਰਾ, ਸਭ ਚੱਲੀ ਰਹਿਣ ਬਿਹਾਂਦੀ। ਸਿੱਖ ਬੁਢੇਪੇ ਤੋਂ, ਬੁਢੇਪੇ ਦੇ ਸੀਨ ਤੋਂ ਸਿੱਖ। ਕਿੰਨਾ ਚੰਗਾ ਹੋਵੇ ਜੇ ਬੁਢੇਪੇ ਦੇ ਸੀਨ ਤੋਂ ਬਚਪਨ ਤੋਂ ਹੀ ਕਿਤੇ ਸੋਝੀ ਆ ਜਾਵੇ, ਟੀਨੇਜ ਤੋਂ, ਜਵਾਨੀ ਤੋਂ ਸੋਝੀ ਆ ਜਾਵੇ। ਸਿੱਖ ਉਸ ਬੁਢੇਪੇ ਤੋਂ। ਕਰ ਸੇਵਹੁ ਪੂਰਾ ਸਤਿਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਮੇਰੇ ਗੁਰੂ ਸਾਹਿਬ ਦੀ ਆਵਾਜ਼ ਬੈਠੀ ਹੈ, ਸਤਿਗੁਰ ਸਰੂਪ। ਅਰਥ ਸਮਝਾਂਗੇ, ਪਤਾ ਲੱਗੇਗਾ ਗੁਰੂ ਸਾਹਿਬ ਕੀ ਕਹਿ ਰਹੇ ਨੇ। ਉਹ ਸਤਿਗੁਰ ਸਰੂਪ ਵਾਹਿਗੁਰੂ ਜੀ ਦੀ ਆਵਾਜ਼ ਹੈ, ਰੱਬੀ ਉਪਦੇਸ਼ਾਂ ਦੀ ਆਵਾਜ਼ ਹੈ। ਉਹਨੂੰ ਮੰਨਣਾ ਹੀ ਸੇਵਾ ਹੈ ਪਿਆਰਿਆ। ਕਰ ਇਹ ਸੇਵਾ, ਮੰਨਣ ਤੁਰ। ਗੁਰੂ ਦਾ ਉਪਦੇਸ਼ ਮੰਨਣ ਤੋਂ ਬਿਨਾਂ ਸਭ ਚੱਲੀ ਰਹਿਣ ਬਿਹਾਂਦੀ। ਐਵੇਂ ਸਾਰੀ ਜ਼ਿੰਦਗੀ ਐਵੇਂ ਵਿਅਰਥ ਜਾ ਰਹੀ ਹੈ। ਹਰ ਸੇਵਿਓ ਖਿਨ ਖਿਨ, ਢਿੱਲ ਮੂਲ ਨਾ ਕਰਿਓ, ਜਿਤ ਅਸ ਥਿਰ ਜੁਗ ਜੁਗ ਹੋਵ। ਰੱਬ ਦੀ ਸੇਵਾ, ਹਰ ਸੇਵਾ। ਰੱਬੀ ਉਪਦੇਸ਼ ਨੂੰ ਮੰਨਣਾ ਰੱਬ ਦੀ ਸੇਵਾ ਹੈ।
ਰੱਬ ਦੇ ਭੈ ਵਿੱਚ ਫੈਸਲੇ ਲੈਣੇ ਰੱਬ ਦੀ ਸੇਵਾ ਹੈ। ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦੇ ਰਸ ਵਿੱਚ, ਉਹਦੇ ਸ਼ੁਕਰਾਨੇ ਵਿੱਚ ਜਿਉਣਾ। ਹਰ ਸਮੇਂ ਖਿਨ ਖਿਨ ਢਿੱਲ ਮੂਲ ਨਾ ਕਰਿਓ। ਦੇਖੀ ਕਿਤੇ ਮਨ ਭੁੱਲ ਨਾ ਜਾਵੇ, ਮਨ ਆਲਸੀ ਨਾ ਹੋ ਜਾਵੇ। ਹਰ ਸਮੇਂ ਇਹਦੇ ਨਾਲ ਇੱਕ ਪ੍ਰਾਪਤੀ ਹੋਏਗੀ, ਜਿੱਤ ਅਸਥਿਰ ਅਡੋਲਤਾ ਮਿਲੇਗੀ, ਇੱਕ ਜਜ਼ਬਾ ਮਿਲਦਾ ਹੈ। ਜ਼ਿੰਦਗੀ ਦੇ ਹਰ ਉਤਰਾਅ ਚੜ੍ਹਾਅ ਦੇ ਵਿੱਚੋਂ ਗੁਰੂ ਦੇ ਨਾਲ ਜੁੜੇ ਰਹਿ ਕੇ ਅੱਗੇ ਵਧਣ ਦਾ ਇੱਕ ਜਜ਼ਬਾ ਮਿਲਦਾ ਹੈ। ਇਹ ਜਜ਼ਬਾ ਹਰ ਸਮੇਂ ਤੇਰੀ ਜ਼ਿੰਦਗੀ ਵਿੱਚ ਕੰਮ ਦੇਣ ਵਾਲਾ ਹੈ। ਇਹਦੇ ਨਾਲ ਜ਼ਿੰਦਗੀ ਦੀ ਚੜ੍ਹਦੀ ਕਲਾ ਹੁੰਦੀ ਹੈ। ਹਰ ਸੇਤੀ ਸਦ ਮਾਣ ਹੋ ਰਲੀਆਂ, ਜਨਮ ਮਰਨ ਦੁੱਖ ਖੋਵਹੁ। ਵਾਹਿਗੁਰੂ ਜੀ ਦੇ ਪਿਆਰ ਦੇ ਰਸ ਵਿੱਚ, ਗੁਰੂ ਦੇ ਉਪਦੇਸ਼ ਮੰਨਣ ਦੀ ਭਾਵਨਾ ਦੇ ਰਸ ਵਿੱਚ, ਗੁਰਮੁਖ ਸੁਭਾਅ ਤੇ ਗੁਰਮਤਿ ਵਾਲੀ ਸੋਚ ਵਿੱਚ ਜੀਵਨ ਜਿਉਂਦਿਆਂ ਕੈਸਾ ਆਨੰਦ, ਐਸਾ ਰਸ ਮਿਲਦਾ ਹੈ। ਅੰਦਰਲਾ ਜਨਮ ਮਰਨ ਤੇ ਜਨਮ ਮਰਨ ਦਾ ਦੁੱਖ ਮਿਟ ਜਾਂਦਾ। ਆਖੋ ਵਾਹਿਗੁਰੂ। ਗੁਣ ਮਰਦੇ ਨਹੀਂ, ਗੁਣ ਬਣੇ ਰਹਿੰਦੇ ਨੇ। ਇੱਕ ਛੋਟੀ ਜੀ ਉਦਾਹਰਨ ਸਾਹਮਣੇ ਰੱਖਣੀ। ਜਦੋਂ ਗੁਰੂ ਦੇ ਉਪਦੇਸ਼ ਅਨੁਸਾਰ, ਗੁਰੂ ਦੇ ਹੁਕਮਾਂ ਅਨੁਸਾਰ ਜੀਵਨ ਜਿਉਣ ਦੀ ਯੋਗਤਾ ਹੀ ਨਾ, ਕਿਸੇ ਨੇ ਮਿਸਬਿਹੇਵ ਕੀਤਾ, ਕਿਸੇ ਨੇ ਵਿਰੋਧ ਕੀਤਾ, ਕਿਸੇ ਨੇ ਕੌੜੇ ਬੋਲ ਬੋਲੇ, ਤਾਂ ਹੁਣ ਇਹ ਵਰਤਾਰਾ ਇਹੋ ਜਿਹਾ ਹੁੰਦਾ ਹੈ, ਇਸ ਵਰਤਾਰੇ ਨਾਲ ਅੰਦਰੋਂ ਗੁਣ ਮਰ ਸਕਦਾ ਹੈ, ਬਦਲਾ ਲੂ ਭਾਵਨਾ ਜਾਗ ਸਕਦੀ ਹੈ। ਪਰ ਗੁਰੂ ਦੇ ਉਪਦੇਸ਼ ਅੰਦਰ ਗੂੰਜਦੇ ਨੇ, ਨਹੀਂ ਨਹੀਂ, ਇਹਦੀ ਜਿਤਨੀ ਕੁ ਮੱਤ ਸੀ ਇਹ ਕਰ ਗਿਆ। ਜੇ ਮੈਂ ਵੀ ਬਦਲਾ ਲਊ ਭਾਵਨਾ ਵਿੱਚ ਕਰਾਂਗਾ, ਫਿਰ ਇਹਦਾ ਤੇ ਮੇਰਾ ਫਰਕ ਕੀ ਹੋਏਗਾ। ਦੁਨੀਆ ਤੇ ਕਦੀ ਕਦਾਈ ਦੂਸਰੇ ਤੇ ਕੋਈ ਉਂਗਲ ਚੁੱਕਦਾ, ਉਹਦੀ ਸ਼ਬਦਾਵਲੀ ਠੀਕ ਨਹੀਂ, ਤੇ ਖੁਦ ਉਸ ਤਰ੍ਹਾਂ ਦੀ ਸ਼ਬਦਾਵਲੀ ਗਾਲਾਂ ਵਾਲੀ ਆਪ ਵਰਤਦਾ ਹੈ। ਤੇ ਫਰਕ ਕੀ ਹੋਇਆ। ਆਖੋ ਵਾਹਿਗੁਰੂ। ਫਰਕ ਕੀ ਹੋਇਆ। ਤੂੰ ਤੇ ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਇਹਨਾਂ ਭਾਵਨਾ ਜਜ਼ਬਾਤਾਂ ਵਿੱਚ ਜਿਉਣ ਵਾਲਾ ਸੀ। ਗੁਰੂ ਦੇ ਉਪਦੇਸ਼ਾਂ ਨੇ ਅੰਦਰ ਜਨਮ ਮਰਨ ਦਾ ਦੁੱਖ ਕੱਟ ਦੇਣਾ, ਅੰਦਰ ਗੁਣ ਨਹੀਂ ਮਰੇਗਾ। ਆਖੋ ਕਹਿੰਦਾ ਠੀਕ ਹੈ, ਉਹਦੀ ਜ਼ਿੰਦਗੀ ਦੇ ਆਪਣੇ ਪ੍ਰਿੰਸੀਪਲ ਨੇ, ਮੇਰੀ ਜ਼ਿੰਦਗੀ ਦੇ ਆਪਣੇ ਪ੍ਰਿੰਸੀਪਲ ਨੇ। ਉਹਨੇ ਮੇਰੇ ਨਾਲ ਧੱਕਾ ਕੀਤਾ, ਮੈਂ ਉਹ ਧੱਕਾ ਜਰ ਲਿਆ। ਉਹਦੀ ਆਪਣੀ ਹਿਸਟਰੀ ਹੈ, ਮੇਰੀ ਆਪਣੀ ਹਿਸਟਰੀ ਹੈ। ਗੁਰ ਸਤਿਗੁਰ ਸੁਆਮੀ ਭੇਦ ਨ ਜਾਣਹੁ, ਜਿਤ ਮਿਲ ਹਰ ਭਗਤ ਸੁਖਾਂਦੀ। ਸਿੱਖ ਬੁਢੇਪੇ ਤੋਂ, ਸਿੱਖ ਬਚਪਨ ਤੋਂ, ਸਿੱਖ ਟੀਨ ਏਜ ਤੋਂ, ਸਿੱਖ ਜਵਾਨੀ ਤੋਂ, ਸਿੱਖ ਮਾਤਾ ਦੇ ਗਰਭ ਦੇ ਸਮੇਂ ਤੋਂ, ਭਾਵ ਜ਼ਿੰਦਗੀ ਦੇ ਹਰ ਪੜਾਅ ਤੋਂ ਸਿੱਖ। ਤੇ ਜੇ ਇਸ ਮਾਰਗ ਤੇ ਤੁਰਨਾ, ਇੱਕ ਗੱਲ ਸਮਝ ਲਈ, ਆਪਣੀਆਂ ਭਾਵਨਾਵਾਂ ਵਿੱਚ ਮਹਿਸੂਸ ਕਰਨ ਦੇ ਤਲ ਤੇ ਇਹ ਗੱਲ ਬਿਠਾ ਲੈ। ਇਹ ਗੱਲ ਯਾਦ ਰੱਖਿਓ, ਧਰਮ ਮਹਿਸੂਸ ਕਰਨ ਦੇ ਨਾਲ ਨਿਭਦਾ ਹੈ, ਅਹਿਸਾਸ ਕਰਨ ਦੇ ਨਾਲ ਨਿਭਦਾ ਹੈ। ਗੁਰ ਸਤਿਗੁਰ ਸੁਆਮੀ ਭੇਦ ਨਾ ਜਾਣੋ, ਤਿੰਨ ਚੀਜ਼ਾਂ, ਗੁਰ ਸਤਿਗੁਰ ਸੁਆਮੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ਬਦ ਸਰੂਪ ਹੈ। ਗੁਰੂ ਦਾ ਇੱਕ ਸਰੂਪ ਹੁੰਦਾ ਸਰਗੁਣ ਦਿਖਾਈ ਦੇਣ ਵਾਲਾ, ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਕਦੀ ਇਹ ਸਰੂਪ ਸੀ ਗੁਰੂ ਨਾਨਕ ਪਾਤਸ਼ਾਹ ਜੀ, ਕਦੀ ਗੁਰੂ ਅੰਗਦ ਦੇਵ ਜੀ, ਕਦੀ ਗੁਰੂ ਅਮਰਦਾਸ ਸਾਹਿਬ ਜੀ, ਕਦੀ ਗੁਰੂ ਰਾਮਦਾਸ ਸਾਹਿਬ ਜੀ, ਫਿਰ ਗੁਰੂ ਅਰਜਨ ਦੇਵ ਸਾਹਿਬ ਜੀ, ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਧੰਨ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ, ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਫਿਰ ਗੁਰੂ ਤੇਗ ਬਹਾਦਰ ਸਾਹਿਬ, ਫਿਰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਤੇ 1708 ਤੋਂ ਬਾਅਦ, 1708 ਤੋਂ ਬਾਅਦ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਦਾ ਸਰਗੁਣ ਸਰੂਪ ਹੈ, ਵਿਜ਼ੀਬਲ ਪਾਰਟ, ਦਿਖਾਈ ਦੇਣ ਵਾਲਾ। ਜਦੋਂ ਗੁਰਬਾਣੀ ਦੇ ਅੰਦਰ ਝਾਤੀ ਮਾਰਾਂਗੇ ਪਿਆਰਿਓ, ਜੇ ਤੁਸੀਂ ਕਿਸੇ ਤੋਂ ਪਾਠ ਕਰਵਾ ਲਿਆ, ਆਪ ਬੈਠੇ ਹੀ ਨਹੀਂ, ਸੁਣਿਆ ਹੀ ਨਹੀਂ,
ਤਾਂ ਤੁਸੀਂ ਗੁਰੂ ਸਰੂਪ ਨੂੰ ਮਿਲੇ ਹੋ, ਅੰਦਰ ਨਹੀਂ ਝਾਤੀ ਮਾਰੀ ਆਖੋ ਵਾਹਿਗੁਰੂ। ਫਿਰ ਜੇ ਪਾਠ ਕੀਤਾ, ਕੀਰਤਨ ਸੁਣਿਆ, ਹੁਕਮਨਾਮਾ ਸੁਣਿਆ, ਸਮਝ ਨਹੀਂ ਆਈ, ਫਿਰ ਵੀ ਹਾਲੇ ਗੁਰੂ ਸਰੂਪ ਨੂੰ ਹੀ ਮਿਲੇ ਹੋ। ਅਗਲਾ ਸਰੂਪ ਮੇਰੇ ਗੁਰੂ ਦਾ ਗੁਰ ਸਰੂਪ ਹੈ, ਉਹਨੂੰ ਸ਼ਬਦ ਸਰੂਪ ਕਹਿੰਦੇ ਨੇ। ਉਹ ਉਪਦੇਸ਼ ਹੈ, ਗੁਰ ਸਰੂਪ। ਜੋ ਗੁਰ ਸਰੂਪ ਹੈ ਨਾ, ਉਹ ਕੇਵਲ ਗਿਆਨ ਲੈਣ ਵਾਸਤੇ ਨਹੀਂ ਹੈ, ਗਿਆਨ ਨਾਲ ਚਰਚਾ ਕਰਨ ਵਾਸਤੇ ਨਹੀਂ ਹੈ। ਉਹ ਇਸ ਭਾਵਨਾ ਵਿੱਚ ਗੁਰ ਸਰੂਪ ਦਾ ਮਿਲਾਪ ਹੋਣਾ ਹੈ, ਗੁਰੂ ਕਹਿ ਕੀ ਰਹੇ ਨੇ, ਮੈਨੂੰ ਕਿਹੜੇ ਕੰਮਾਂ ਤੋਂ ਰੋਕ ਰਹੇ ਨੇ ਤੇ ਕਿਹੜੇ ਕੰਮ ਕਰਨ ਵਾਸਤੇ ਪ੍ਰੇਰਿਤ ਕਰ ਰਹੇ ਨੇ। ਉਹ ਜਿਹੜੀ ਆਵਾਜ਼ ਹੈ ਨਾ, ਉਹ ਸਤਿਗੁਰ ਸਰੂਪ ਹੈ ਆਖੋ ਵਾਹਿਗੁਰੂ। ਉਹਨੇ ਮਦਦ ਕਰਨੀ ਹੈ ਉਸ ਆਵਾਜ਼ ਨੇ, ਕਿਉਂਕਿ ਮਨੁੱਖ ਜੋ ਵੀ ਕਰਦਾ ਹੈ ਨਾ, ਆਪਣੇ ਅੰਦਰੋਂ ਆਵਾਜ਼ ਸੁਣਦਾ ਹੈ। ਜੋ ਅੰਦਰੋਂ ਉਹਦੀ ਆਵਾਜ਼ ਹੁੰਦੀ ਹੈ ਉਹੀ ਕਰਦਾ ਹੈ। ਇਹ ਗੱਲ ਵੱਖਰੀ ਹੈ, ਪਹਿਲਾਂ ਮਨ ਦੀ ਸੁਣਦਾ ਰਹਿੰਦਾ ਹੈ ਤੇ ਜਦੋਂ ਇਸ ਮਾਰਗ ਤੇ ਤੁਰਦਾ ਹੈ ਫਿਰ ਗੁਰੂ ਦੀ ਸੁਣਦਾ ਹੈ। ਗੁਰੂ ਦੀ ਆਵਾਜ਼ ਸਤਿਗੁਰ ਸਰੂਪ ਹੈ। ਫਿਰ ਜਿਹੜਾ ਸ਼ਬਦ ਸਰੂਪ ਹੈ ਨਾ, ਗੁਰ ਸਰੂਪ ਤੇ ਗੁਰੂ ਦੀ ਆਵਾਜ਼, ਇਹ ਵੱਖ-ਵੱਖ ਨਹੀਂ ਹੈ, ਇੱਕੋ ਹੀ ਹੈ। ਬਸ ਉਪਦੇਸ਼ ਜਦੋਂ ਭਾਵਨਾ ਨਾਲ ਸੁਣਿਆ, ਕਹਿ ਕੀ ਰਹੇ ਨੇ ਗੁਰੂ ਸਾਹਿਬ, ਸਤਿਗੁਰ ਸਰੂਪ ਹੈ। ਤੇ ਜਿਹੜੀ ਉਹ ਆਵਾਜ਼ ਹੈ ਨਾ, ਜਿਹੜੇ ਉਪਦੇਸ਼ ਹੈ, ਉਹ ਰੱਬ ਦੀ ਆਵਾਜ਼ ਹੈ, ਉਹ ਰੱਬੀ ਉਪਦੇਸ਼ ਨੇ। ਇਸ ਲਈ ਸੁਆਮੀ ਮਾਲਕ ਵਾਹਿਗੁਰੂ ਜੀ ਗੁਰ ਸਰੂਪ ਤੇ ਸਤਿਗੁਰ ਸਰੂਪ ਵਿੱਚ ਭੇਦ ਨਾ ਜਾਣੋ, ਵੱਖ-ਵੱਖ ਨਹੀਂ ਹੈ, ਇੱਕੋ ਹੀ ਹੈ। ਰੱਬ ਦੀ ਆਵਾਜ਼, ਰੱਬ ਦਾ ਉਪਦੇਸ਼ ਮੇਰੇ ਗੁਰੂ ਸਾਹਿਬ ਨੇ ਆਪਣੀ ਜ਼ੁਬਾਨ ਰਾਹੀਂ, ਆਪਣੀ ਰਸਨਾ ਰਾਹੀਂ, ਭਗਤਾਂ ਨੇ, ਭੱਟਾਂ ਨੇ ਸਾਡੇ ਤੱਕ ਪਹੁੰਚਾਇਆ। ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਲਿਖਵਾਇਆ। ਇਸ ਗੁਰੂ ਕੀ ਆਵਾਜ਼ ਨੂੰ, ਰੱਬੀ ਉਪਦੇਸ਼ ਨੂੰ ਮਿਲ ਕੇ, ਭਾਵ ਮੰਨ ਕੇ ਤੇਰਾ ਜੀਵਨ ਭਗਤ ਬਣੇਗਾ ਤੇ ਇਹ ਸੁੱਖਾਂ ਵਾਲੀ ਭਗਤੀ ਹੋਏਗੀ, ਆਨੰਦ ਦੇਣ ਵਾਲਾ ਜੀਵਨ ਹੋਏਗਾ, ਅੰਦਰੋਂ ਸੰਤੁਸ਼ਟੀ ਦੇਗਾ। ਜੋ ਗੁਰੂ ਦੇ ਮਾਰਗ ਤੇ ਤੁਰਦਾ ਹੈ ਨਾ, ਉਹਨੂੰ ਇੱਕ ਸੰਤੁਸ਼ਟੀ ਹੁੰਦੀ ਹੈ। ਜਿਹਨੂੰ ਅੰਦਰੋਂ ਸੰਤੁਸ਼ਟੀ ਹੁੰਦੀ ਹੈ ਨਾ, ਉਹਨੂੰ ਦੁਨੀਆ ਦੇ ਉਤਰਾਅ ਚੜਾਅ ਵਿਘਨ ਰੋਕ ਨਹੀਂ ਸਕਦੇ। ਕਹੋ ਨਾਨਕ ਪ੍ਰਾਣੀ ਚੌਥੈ ਪਹਿਰੈ, ਸਫਲਿਓ ਰਹਿਣ ਭਗਤਾਂ ਦੀ। ਚੌਥਾ ਪਹਿਰ ਰਾਤ ਦਾ, ਜ਼ਿੰਦਗੀ ਦਾ ਚੌਥਾ ਪਹਿਰ ਵਡੇਪਾ, ਉਸ ਵਡੇਪੇ ਤੋਂ ਸਮਝ ਨਾਨਕ ਜੀ ਆਖਦੇ ਨੇ ਕਿ ਜਿਸ ਨੇ ਇਸ ਤੋਂ ਸਿੱਖ ਲਿਆ, ਆਪਣੇ ਜੀਵਨ ਨੂੰ ਸਫਲਾ ਕਰਨਾ, ਗੁਰੂ ਦੇ ਹੁਕਮ ਮੰਨਣਾ, ਵਾਹਿਗੁਰੂ ਜੀ ਦੀ ਯਾਦ, ਭੈ, ਭਾਵਨੀ, ਗੁਣਾਂ ਵਾਲਾ ਜੀਵਨ ਜਿਉਣਾ, ਉਹਦੀ ਸਾਰੀ ਰਾਤ ਭਾਵ ਸਾਰੀ ਜ਼ਿੰਦਗੀ ਭਗਤੀ ਵਿੱਚ ਨਿਕਲਦੀ ਔਰ ਉਹ ਸਫਲ ਹੁੰਦੀ ਹੈ ਆਖੋ ਵਾਹਿਗੁਰੂ। ਤੇਰੀ ਰਾਗ ਮਹੱਲਾ ਪੰਜਵਾਂ, ਅਗਲਾ ਸ਼ਬਦ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦਾ। ਪਹਿਲੇ ਪਹਿਰੈ ਰਹਿਣ ਕੈ ਬਣਜ਼ਾਰਿਆ ਮਿੱਤਰਾ, ਤਰ ਪਾਇਤਾ ਉਦਰੈ ਮਾਹੇ। ਜੀਵਨ ਦਾ ਪਹਿਲਾ ਪਹਿਰ ਰੱਬ ਨੇ ਮਾਤਾ ਦੇ ਗਰਭ ਵਿੱਚ ਜੋਤ ਰੱਖ ਦਿੱਤੀ। ਇਹਨੇ ਉੱਥੇ ਪੈਰ ਰੱਖਿਆ, ਭਾਵ ਉੱਥੋਂ ਜ਼ਿੰਦਗੀ ਸ਼ੁਰੂ ਕੀਤੀ ਮਾਤਾ ਦੇ ਗਰਭ ਵਿੱਚੋਂ। ਦਸੀ ਮਾਸੀ ਮਾਨਸ ਕੀਆ ਬਣਜ਼ਾਰਿਆ ਮਿੱਤਰਾ, ਕਰ ਮੁਹਲਤ ਕਰਮ ਕਮਾਹੇ। 10 ਮਹੀਨੇ ਲੱਗੇ ਮਾਤਾ ਦੇ ਗਰਭ ਵਿੱਚ, ਸਰੀਰ ਬਣਿਆ। ਐਸਾ ਕਮਾਲ ਦਾ ਕ੍ਰਿਸ਼ਮਾ। ਜਦੋਂ ਬਾਹਰ ਆਇਆ, ਇੱਕ ਮੁਹਲਤ ਮਿਲੀ ਹੋਈ ਹੈ ਜ਼ਿੰਦਗੀ ਦੀ, ਪਤਾ ਨਹੀਂ ਕਿੰਨੀ ਹੈ। ਹਾਂ, ਇਹ ਸੱਚ ਹੈ, ਮੌਤ ਤੱਕ ਇਹ ਜੀਵਨ ਚੱਲਣਾ ਹੈ। ਮੌਤ ਕਦੋਂ ਆਉਣੀ ਹੈ ਇਹ ਨਹੀਂ ਭੇਦ, ਕਿੱਥੇ ਆਉਣੀ ਹੈ ਇਹ ਵੀ ਨਹੀਂ ਭੇਦ, ਕਿਵੇਂ ਆਉਣੀ ਹੈ ਇਹ ਵੀ ਨਹੀਂ ਭੇਦ। ਮੁਹਲਤ ਕਰ ਦੀਨੀ ਕਰਮ ਕਮਾਣੇ, ਜੈਸਾ ਲਿਖਤ ਧੁਰ ਪਾਇਆ। ਮੁਹਲਤ ਦੇ ਦਿੱਤੀ, ਜਿਹੋ ਜੇ ਕਰਮ ਕਰੇਗਾ, ਜਿਹੋ ਜਿਹਾ ਸੁਭਾਅ ਹੋਏਗਾ, ਜੇ ਜੀ ਸੋਚ ਹੋਏਗੀ, ਉਹ ਜਿਹਾ ਜੀਵਨ ਬਣ ਜਾਏਗਾ, ਉਹ ਜੀ ਪ੍ਰਾਪਤੀ ਕਰ ਲੇਗਾ। ਸਿੱਖ ਇਸ ਚੀਜ਼ ਤੋਂ, ਸਿੱਖ ਪਿਆਰਿਆ, ਗੁਰੂ ਦੇ ਉਪਦੇਸ਼ਾਂ ਨੂੰ ਮੰਨੇਗਾ, ਸੁਭਾਅ ਗੁਰਮੁਖ ਪ੍ਰਾਪਤ ਹੋ ਜਾਏਗਾ, ਗੁਰਮਤ ਵਾਲੀ ਸੋਚ ਪ੍ਰਾਪਤ ਹੋ ਜਾਏਗੀ, ਸਿੱਖੀ ਨਾਲ ਪਿਆਰ ਪ੍ਰਾਪਤ ਹੋ ਜਾਏਗਾ, ਗੁਣਾਂ ਵਾਲਾ ਜੀਵਨ ਜਿਉਏਗਾ, ਬਖਸ਼ਿਸ਼ ਮਿਲ ਜਾਏਗੀ। ਮਾਤ ਪਿਤਾ ਭਾਈ ਸੁਤ ਬਨਤਾ, ਤਿਨ ਭੀਤਰ ਪ੍ਰਭੂ ਸੰਜੋਇਆ। ਮਾਤਾ ਪਿਤਾ ਭੈਣ ਭਰਾਵਾਂ ਦੇ ਵਿੱਚ
ਵਾਹਿਗੁਰੂ ਜੀ ਨੇ ਮੋਹ ਦੇ ਨਿਜ਼ਮ ਵਿੱਚ ਤੇਰਾ ਜੀਵਨ ਸ਼ੁਰੂ ਕਰ ਦਿੱਤਾ ਤੇ ਵਾਹਿਗੁਰੂ ਜੀ ਹਰ ਇੱਕ ਵਿੱਚ ਸਮਾਏ ਹੋਏ ਨੇ। ਵਾਹਿਗੁਰੂ ਜੀ ਦਾ ਨਿਜ਼ਮ ਹਰ ਇੱਕ ਤੇ ਚੱਲ ਰਿਹਾ ਹੈ। ਵਾਹਿਗੁਰੂ ਜੀ ਦੇ ਗੁਣ ਹਰ ਇੱਕ ਵਿੱਚ ਨੇ। ਕਰਮ ਸੁਕਰਮ ਕਰਾਏ ਆਪੇ, ਇਸ ਜਨਤੈ ਵਾਸ ਕਿਛ ਨਾਹੀਂ। ਰੱਬ ਦੀ ਜੋਤ ਹਰ ਇੱਕ ਅੰਦਰ ਹੈ, ਰੱਬ ਦੇ ਗੁਣ ਹਰ ਇੱਕ ਅੰਦਰ ਹੈ, ਭਾਵਨਾ ਹਰ ਇੱਕ ਦੀ ਵੱਖਰੀ ਵੱਖਰੀ ਹੈ, ਜਜ਼ਬੇ ਹਰ ਇੱਕ ਦੇ ਵੱਖਰੇ ਵੱਖਰੇ ਨੇ, ਵਿਚਾਰਧਾਰਾ ਵੱਖਰੀ ਹੈ, ਸੋਚ ਵੱਖਰੀ ਹੈ, ਸੁਭਾਅ ਵੱਖਰਾ ਹੈ। ਜਿਹੋ ਜਿਹਾ ਸੁਭਾਅ ਹੈ, ਜਿਹੋ ਜਿਹੀ ਵਿਚਾਰਧਾਰਾ ਹੈ, ਜਿਹੋ ਜਿਹੇ ਸੰਸਕਾਰ ਨੇ, ਉਹ ਜਿਹੇ ਰੱਬ ਕਰਮ ਕਰਾਈ ਜਾਂਦਾ ਹੈ। ਜਿਹਦੀ ਵਿਚਾਰਧਾਰਾ ਨੀਵੀਂ ਹੈ, ਉਹਦੇ ਕਰਮ ਵੀ ਨੀਵੇਂ ਨੇ। ਜਿਹਦੀ ਸੋਚ ਸੁੰਗੜੀ ਹੋਈ ਹੈ, ਉਹਦੇ ਕਰਮ ਵੀ ਸੁੰਗੜੇ ਹੋਏ ਨੇ। ਛੋਟੇ ਜਿਹੇ ਦਾਇਰੇ ਸੈਲਫਿਸ਼ ਜੀਵਨ ਜਿਉ ਰਿਹਾ। ਜਿਹਦੀ ਸੋਚ ਵੱਡੀ ਹੈ, ਜਿਹਦਾ ਸੁਭਾਅ ਉੱਤਮ ਹੈ, ਜਿਹਦੇ ਜਜ਼ਬੇ ਮਹਾਨ ਨੇ, ਉਹਦੇ ਕਰਮ ਸੁਕਰਮ ਬਣ ਜਾਂਦੇ ਨੇ। ਆਖੋ ਵਾਹਿਗੁਰੂ। ਇਹਨਾਂ ਜਨਤਾ ਦੇ ਵੱਸ ਨਹੀਂ ਹੈ ਮੈਂ ਇਦਾਂ ਕਰ ਲਵਾਂਗਾ, ਨਹੀਂ। ਤੇਰੇ ਅੰਦਰ ਜਿਹੋ ਜਿਹਾ ਸੁਭਾਅ ਹੈ, ਤੇਰੀ ਸੋਚ ਹੈ, ਛੋਟੀ ਸੋਚ ਵਾਲਾ ਵੱਡਾ ਕਰਮ ਕਰਨ ਚੱਲੇਗਾ ਨਾ, ਕਾਮਯਾਬ ਨਹੀਂ ਹੋਏਗਾ, ਡੋਲ ਜਾਏਗਾ, ਰੁਕ ਜਾਏਗਾ, ਮੁੱਕ ਜਾਏਗਾ। ਸੋਚ ਛੋਟੀ ਸੀ। ਸੋਚ ਕੇਵਲ ਪਰਿਵਾਰ ਤੱਕ ਸੀਮਤ ਹੈ, ਕਾਰੋਬਾਰ ਤੱਕ ਸੀਮਤ ਹੈ, ਕਾਰੋਬਾਰ ਨੂੰ ਸਮਰਪਿਤ ਹੈ, ਪਰਿਵਾਰ ਨੂੰ ਸਮਰਪਿਤ ਹੈ, ਹਾਲੇ ਕੌਮ ਨੂੰ, ਸਮਾਜ ਨੂੰ ਸਮਰਪਿਤ ਹੀ ਨਹੀਂ ਹੈ। ਸੋਚ ਸੁੰਗੜੀ ਹੋਈ ਹੈ, ਸੁਭਾਅ ਸੁੰਗੜਿਆ ਹੋਇਆ ਹੈ। ਇਹ ਨਹੀਂ ਤੁਰ ਸਕੇਗਾ। ਇੱਥੇ ਤੇ ਵੱਡਾ ਜ਼ਿਗਰਾ, ਵੱਡਾ ਸੁਭਾਅ, ਵੱਡੀ ਸੋਚ ਚਾਹੀਦੀ ਹੈ। ਚਾਹੁੰਦਾ ਵੀ ਹੈ, ਨਹੀਂ ਹੁੰਦਾ, ਕਿਉਂਕਿ ਰੱਬ ਦਾ ਇੱਕ ਨਿਜ਼ਮ ਚੱਲ ਰਿਹਾ ਹੈ। ਕਹ ਨਾਨਕ ਪ੍ਰਾਣੀ ਪਹਿਲਾ ਪਹਿਰੈ, ਤਰ ਪਾਏ ਤਾ ਉਧਰੈ ਮਾਹੇ। ਸਮਝ ਇਸ ਤੋਂ, ਨਾਨਕ ਜੀ ਆਖਦੇ ਨੇ, ਪਹਿਲੇ ਪੈਰ ਵਿੱਚ ਸ਼ੁਰੂਆਤ ਜੀਵਨ ਦੀ ਹੁੰਦੀ ਹੈ, ਮਾਤਾ ਦੇ ਗਰਭ ਵਿੱਚ। ਇਸ ਤਰ੍ਹਾਂ ਪਿਆਰਿਆ, ਤੇਰੇ ਮਨ ਦੀ, ਤੇਰੀ ਜ਼ਿੰਦਗੀ ਦੀ ਹਰ ਸ਼ੁਰੂਆਤ ਤੇਰੀ ਸੋਚ ਦੇ ਗਰਭ ਵਿੱਚ ਸ਼ੁਰੂ ਹੁੰਦੀ ਹੈ। ਸਿੱਖ ਇਸ ਤੋਂ। ਜਿਸ ਪਾਸੇ ਤੁਰਨਾ ਚਾਹੁੰਦਾ ਹੈ, ਉਸ ਪਾਸੇ ਦੀ ਸੋਚ ਜਜ਼ਬਾ ਅੰਦਰ ਆਏਗਾ, ਫਿਰ ਤੁਰੇਗਾ, ਫਿਰ ਕਾਮਯਾਬ ਹੋਏਗਾ, ਨਹੀਂ ਤਾਂ ਡੋਲ ਜਾਏਗਾ, ਤੁਰ ਕੇ ਵੀ ਰੁਕ ਜਾਏਗਾ। ਸਮਝ ਇਸ ਨੂੰ। ਜੋ ਪ੍ਰਾਪਤ ਕਰਨਾ ਚਾਹੁੰਦਾ ਹੈ, ਉਹ ਸੋਚ ਦੇ ਗਰਭ ਵਿੱਚੋਂ ਪ੍ਰਾਪਤ ਹੋਏਗਾ। ਮੇਰੇ ਗੁਰੂ ਨੇ ਗੁਰੂ ਉਪਦੇਸ਼ ਗੁਰਬਾਣੀ ਦੇ ਗਿਆਨ ਰਾਹੀਂ ਪਹਿਲਾਂ ਸੋਚ ਦੇ ਅੰਦਰ ਗਿਆਨ ਦਾ ਖਜ਼ਾਨਾ ਰੱਖ ਕੇ ਇਹਦੀ ਸੋਚ ਨੂੰ ਵਿਸ਼ਾਲ ਬਣਾਉਣਾ ਹੈ। ਦੂਜੈ ਪਹਿਰੈ ਰਹਿਣ ਕੈ ਬਣਜ਼ਾਰਿਆ ਮਿੱਤਰਾ, ਪਰ ਜਵਾਨੀ ਲਹਿਰੀ ਦੇ। ਦੂਜਾ ਜ਼ਿੰਦਗੀ ਦਾ ਪੜਾਅ ਜਵਾਨੀ ਹੈ। ਜਵਾਨੀ ਦੇ ਵਿੱਚ ਅੰਦਰ ਕੁਸੰਗ ਦੇ ਰਸਾਂ ਦੀਆਂ ਲਹਿਰਾਂ ਉੱਠਦੀਆਂ ਨੇ, ਦੋ ਵੱਡੀਆਂ ਲਹਿਰਾਂ। ਜਵਾਨੀ ਵਿੱਚ ਬੰਦੇ ਨੂੰ ਲੱਗਦਾ ਆਈ ਕੈਨ ਡੂ ਐਵਰੀਥਿੰਗ, ਮੈਂ ਸਭ ਕੁਝ ਕਰ ਸਕਦਾ। ਤੀਸਰਾ ਲੱਗਦਾ ਹੈ, ਦੂਸਰੀ ਲਹਿਰ ਉੱਠਦੀ ਹੈ ਕਿ ਮੈਂ ਹੀ ਸਭ ਕੁਝ ਹਾਂ, ਮੈਂ ਹੀ ਸਭ ਕੁਝ ਕਰ ਸਕਦਾ। ਬੁਰਾ ਭਲਾ ਨਾ ਪਛਾਣੀ, ਬਣਜ਼ਾਰਿਆ ਮਿੱਤਰਾ, ਮਨ ਮੱਤਾ ਅਹਮੇ। ਮਨ ਕੁਸੰਗ ਦੇ ਰਸਾਂ ਵਿੱਚ ਮਸਤ ਹੋ ਜਾਂਦਾ ਹੈ। ਇਹਨੂੰ ਬੁਰੇ ਭਲੇ ਦੀ ਪਹਿਚਾਣ ਨਹੀਂ ਆਉਂਦੀ, ਉਧਰ ਉਲਝ ਜਾਂਦਾ ਹੈ। ਬੁਰਾ ਭਲਾ ਨਾ ਪਛਾਣੈ ਪ੍ਰਾਣੀ, ਆਗੈ ਪੰਥ ਕਰਾਰਾ। ਇਹਨੂੰ ਚੰਗੇ ਮੰਦੇ ਦੀ ਪਛਾਣ ਨਹੀਂ, ਤੇ ਮੰਦੇ ਪਾਸੇ ਤੁਰਦਾ ਕਿ ਰਸਤਾ ਬੜਾ ਔਖਾ ਹੈ। ਅੱਗੇ ਉਲਝਣ ਤਾਣੀ ਹੈ, ਉਸ ਵਿੱਚ ਫਸੇਗਾ। ਲੋਭ ਵਿੱਚ ਵੀ, ਹੰਕਾਰ ਵਿੱਚ ਵੀ, ਨਫ਼ਰਤ ਵਿੱਚ ਵੀ, ਹਰ ਤਰ੍ਹਾਂ ਦੇ ਔਗਣ ਵਿੱਚ ਮਨ ਤੁਰੇਗਾ ਨਾ, ਉਸ ਤਰ੍ਹਾਂ ਦੇ ਜਜ਼ਬੇ ਵਿੱਚ ਤੁਰੇਗਾ। ਇਹ ਮਨ ਦੀ ਜਵਾਨੀ ਹੈ, ਉੱਥੇ ਔਖਾ ਰਸਤਾ ਸਹੇੜ ਲਏਗਾ। ਸਿੱਖ ਇਸ ਤੋਂ, ਪੂਰਾ ਸਤਿਗੁਰ ਕਬਹੁ ਨਾ ਸੇਵਿਆ, ਸਿਰ ਠਾਂਡੇ ਜਮ ਜੰਦਾਰਾ। ਫਿਰ ਸਤਿਗੁਰੂ ਤਾਂ ਕਦੀ ਸੇਵਿਆ ਹੀ ਨਹੀਂ, ਭਾਵ ਗੁਰੂ ਦੀ ਆਵਾਜ਼, ਗੁਰੂ ਦੇ ਉਪਦੇਸ਼ ਨੂੰ ਮੰਨਿਆ ਹੀ ਨਹੀਂ। ਵਿਕਾਰਾਂ ਰੂਪੀ ਜਮਾਂ ਦਾ ਡੰਡਾ ਸਿਰ ਤੇ ਹੈ। ਧਰਮ ਰਾਏ ਜਬ ਪਕਰਸ ਬਬਰੇ, ਤਬ ਕਿਆ ਜਵਾਬ ਕਰੇ। ਰੱਬ ਦਾ ਨਿਜ਼ਮ ਤੇਰੀ ਜ਼ਿੰਦਗੀ ਵਿੱਚ, ਜਿਸ ਪਾਸੇ ਤੂੰ ਜ਼ਿੰਦਗੀ ਲਾਈ, ਉਹ ਫਲ ਤੇਰੀ ਜ਼ਿੰਦਗੀ ਵਿੱਚ, ਤੇਰੇ ਘਰ ਵਿੱਚ ਸਾਹਮਣੇ ਆਉਂਦਾ ਹੈ। ਇਹ ਰੱਬ ਦਾ ਨਿਜ਼ਮ ਹੈ। ਇਸ ਨਿਜ਼ਮ ਦਾ ਰਾਜ ਚੱਲਦਾ ਹੈ। ਧਰਮ ਰਾਏ ਨਫ਼ਰਤ ਵਿੱਚ ਜਿਉਏਗਾ, ਨਫ਼ਰਤ ਦੀਆਂ ਵਿਚਾਰਾਂ ਕਰੇਗਾ, ਨਫ਼ਰਤ ਦੀ ਪਲਾਨਿੰਗ ਬਣਾਏਗਾ, ਨਫ਼ਰਤ ਦੀ ਸੋਚ ਸੋਚੇਗਾ। ਇੱਕ ਦਿਨ ਤੂੰ ਨਫ਼ਰਤ ਵਿੱਚ ਐਸਾ ਘਿਰ ਜਾਏਗਾ, ਤੇਰੇ ਘਰ ਵਿੱਚ ਨਫ਼ਰਤ,
ਤੇਰੇ ਸ਼ਰੀਕੇ ਵਿੱਚ ਨਫ਼ਰਤ। ਜੋ ਦੁਨੀਆ ਨੂੰ ਵੰਡੇਗਾ ਉਹ ਤੈਨੂੰ ਮਿਲੇਗਾ। ਰੱਬ ਦਾ ਨਿਜ਼ਮ ਹੈ। ਕਿਉਂ ਗੁਰੂ ਦੇ ਹੁਕਮ ਨੂੰ ਨਹੀਂ ਮੰਨਿਆ? ਫਿਰ ਕੀ ਜਵਾਬ ਦੇਂਗਾ? ਆਖੋ ਕਹੁ ਨਾਨਕ ਦੂਜੈ ਪਹਿਰੈ ਪ੍ਰਾਣੀ, ਭਰ ਜੋਬਨ ਲਹਿਰੀਂਦੇ। ਜਵਾਨੀ ਦੇ ਵਿੱਚ ਅੰਦਰ ਲਹਿਰਾਂ ਨੇ, ਜਜ਼ਬਾ ਹੈ, ਪਰ ਜਜ਼ਬੇ ਲਹਿਰੇ ਨੂੰ ਗਲਤ ਦਿਸ਼ਾ ਮਿਲ ਗਈ, ਉੱਧਰ ਉਲਝ ਜਾਂਦਾ ਹੈ। ਸਿੱਖ ਇਸ ਤੋਂ ਇਹ ਜਜ਼ਬਾ, ਇਹ ਲਗਨ, ਇਹ ਜਨੂਨ ਗੁਰੂ ਦੇ ਮਾਰਗ ਤੇ, ਰੱਬ ਦੇ ਮਾਰਗ ਤੇ ਤੁਰੇਗਾ, ਬਖਸ਼ਿਸ਼ ਮਿਲੇਗੀ। ਤੀਜੈ ਪਹਿਰੈ ਰਹਿਣ ਕੈ ਬਣਜ਼ਾਰਿਆ ਮਿੱਤਰਾ, ਬਿਖ ਸੰਚੈ ਅੰਧ ਅਗਿਆਨ। ਤੀਜਾ ਪਹਿਰ ਕੂੜ ਕੁਸੰਗ ਦੇ ਰਸਾਂ ਦੀ ਜ਼ਹਿਰ ਇਕੱਠੀ ਕਰਦਾ ਹੈ। ਅਸਲੀ ਮਾਰਗ ਦਿਸਦਾ ਨਹੀਂ, ਮਨ ਅੰਧਾ ਹੈ, ਅਗਿਆਨਤਾ ਦੇ ਹਨੇਰੇ ਵਿੱਚ ਟਕਰਾ ਮਾਰਦਾ ਹੈ। ਪੁੱਤਰ ਕਲੱਤਰ ਮੋਹ ਲਪਟਿਆ, ਬਣਜ਼ਾਰਿਆ ਮਿੱਤਰਾ, ਅੰਤਰ ਲਹਿਰ ਲੁਭਾਨ। ਸੈਲਫਿਸ਼ ਹੋ ਜਾਂਦਾ ਹੈ, ਆਪਣੇ ਪਰਿਵਾਰ ਦੇ ਲਈ ਜੋ ਕੁਝ ਕਰਦਾ ਹੈ ਸੈਲਫਿਸ਼ ਹੋ ਕੇ ਇਹਨਾਂ ਲਹਿਰਾਂ ਦੇ ਵਿੱਚ ਸਾਰੀ ਜ਼ਿੰਦਗੀ ਲਾ ਦਿੰਦਾ ਹੈ। ਜਿਹਦੇ ਲਈ ਕਰਦਾ ਉਹ ਕਦਰ ਨਹੀਂ ਪਾ ਰਹੇ। ਆਖੋ ਵਾਹਿਗੁਰੂ। ਪਤਨੀ ਨੂੰ ਸੁੱਖ ਦੇਣ ਵਾਸਤੇ ਜ਼ਿੰਦਗੀ ਦੀ ਉਲਝਣ ਤਾਣੀ ਵਿੱਚ ਬਹੁਤ ਉਲਝ ਗਿਆ। ਪਤਨੀ ਨੇ ਕਦਰ ਹੀ ਨਹੀਂ ਪਾਈ ਕਿ ਮੇਰੇ ਲਈ ਕੁਝ ਕੀਤਾ। ਬੱਚਿਆਂ ਨੂੰ ਸੁਖੀ ਕਰਨ ਵਾਸਤੇ, ਬੱਚਿਆਂ ਦੇ ਲਈ ਸਾਰੀ ਜ਼ਿੰਦਗੀ ਲਾਤੀ, ਬੱਚਿਆਂ ਨੂੰ ਕਦਰ ਹੀ ਕੋਈ ਨਹੀਂ ਕਿ ਸਾਡੇ ਲਈ ਕੀਤਾ ਹੈ। ਇਸ ਲਈ ਪੁੱਤਰ ਕਲੱਤਰ ਦੇ ਮੋਹ ਵਿੱਚ ਲਪਟਿਆ ਹੋਇਆ, ਅੰਦਰ ਲਹਿਰ ਲੁਭਾਨ, ਇੱਕ ਲੋਭ ਦੀ ਬਿਰਤੀ। ਅੰਤਰ ਲਹਿਰ ਲੁਭਾਨ ਪ੍ਰਾਣੀ, ਸੋ ਪ੍ਰਭ ਚਿਤ ਨ ਆਵੈ। ਵਾਹਿਗੁਰੂ ਜੀ ਚੇਤੇ ਹੀ ਨਹੀਂ, ਗੁਰੂ ਦੇ ਉਪਦੇਸ਼ ਚੇਤੇ ਹੀ ਨਹੀਂ, ਰੱਬ ਦੀ ਪੈ ਪਾਵਨੀ ਦਾ ਰਸ, ਸ਼ੁਕਰਾਨੇ ਦਾ ਰਸ ਚੇਤੇ ਹੀ ਨਹੀਂ। ਇਸ ਲਈ ਸਿੱਖ ਪਿਆਰਿਆ, ਸਾਧ ਸੰਗਤ ਸਿਉ ਸੰਗ ਨਾ ਕੀਆ, ਬਹੁ ਜੋਨੀ ਦੁਖ ਪਾਵੈ। ਗੁਰੂ ਕੀ ਸੰਗਤ, ਜਿੱਥੇ ਗੁਰਬਾਣੀ ਦੀ ਵਿਚਾਰ, ਉਹ ਗੁਰੂ ਕੀ ਸੰਗਤ ਹੈ। ਜਿੱਥੇ ਗੁਰਬਾਣੀ ਦੇ ਉਪਦੇਸ਼ਾਂ ਦੇ ਮਿੱਠੇ ਮਿੱਠੇ ਹਲੂਣੇ ਮਿਲਦੇ ਨੇ, ਉਹ ਸੰਗਤ ਹੈ। ਜਦੋਂ ਗੁਰੂ ਘਰ ਦੇ ਵਿੱਚ ਕਥਾ ਕੀਰਤਨ ਹੁੰਦੀ, ਦੀਵਾਨ ਸਜਿਆ, ਉਹ ਵੀ ਸਤਸੰਗਤ ਹੈ। ਜਦੋਂ ਗੁਰਮਤਿ ਕਲਾਸਾਂ ਹੁੰਦੀਆਂ ਨੇ, ਗੁਰਮਤਿ ਕੈਂਪ ਹੁੰਦੇ ਨੇ, ਗੁਰਮਤਿ ਸੈਮੀਨਾਰ ਹੁੰਦੇ ਨੇ, ਉਹ ਵੀ ਸਤਸੰਗਤ ਹੈ। ਜਦੋਂ ਕੋਈ ਬਾਣੀ ਪੜ੍ਹ ਕੇ ਗੁਰੂ ਦੇ ਉਪਦੇਸ਼ਾਂ ਨੂੰ ਸਮਝਦਾ, ਉਹ ਵੀ ਸੰਗਤ ਹੈ। ਜਦੋਂ ਗੁਰਮਤਿ ਦੀਆਂ ਵਿਚਾਰਾਂ ਹੁੰਦੀਆਂ ਨੇ, ਉਹ ਵੀ ਸੰਗਤ ਹੈ। ਜੇ ਇਸ ਪਾਸੇ ਸਾਂਗੀ ਨਾ ਕੀਤਾ, ਇਸ ਪਾਸੇ ਚਾਓ ਹੀ ਕੋਈ ਨਹੀਂ, ਲਗਨ ਹੀ ਕੋਈ ਨਹੀਂ, ਜ਼ਿੰਦਗੀ ਦੇ ਵਿੱਚ ਇਹ ਮਨ ਜਿਹੜਾ ਹੈ ਨਾ, ਪਸ਼ੂ ਪ੍ਰਵਿਰਤੀਆਂ ਦੀਆਂ ਜੂਨੀਆਂ ਵਿੱਚ ਭਟਕਦਾ ਤੇ ਦੁੱਖ ਪਾਉਂਦਾ ਹੈ। ਸਿਰਜਣਹਾਰ ਵਿਸਾਰਿਆ ਸੁਆਮੀ, ਇੱਕ ਨਿਮਖ ਨਾ ਲੱਗੇ ਧਿਆਨ, ਇੱਕ ਨਿਮਖ ਮਾਤਰ ਵੀ ਵਾਹਿਗੁਰੂ ਜੀ ਵੱਲ ਧਿਆਨ ਨਹੀਂ ਕੀਤਾ ਤੇ ਸੁਆਮੀ ਸਿਰਜਣਹਾਰ ਨੂੰ ਭੁਲਾ ਦਿੱਤਾ। ਵਿਸਾਰ ਕੇ ਜੀਵਨ ਜਿਉਇਆ, ਫੈਸਲੇ ਲਏ, ਰੱਬ ਦਾ ਭੈ ਹੀ ਕੋਈ ਨਹੀਂ। ਕਹੁ ਨਾਨਕ ਪ੍ਰਾਣੀ ਤੀਜੈ ਪਹਿਰਾ, ਬਿਖ ਸੰਚੇ ਅੰਧ ਅਗਿਆਨ। ਤੀਜਾ ਪਹਿਰਾ ਜ਼ਬਾਨੀ, ਕੂੜ ਕੁਸੰਗ ਦੇ ਜ਼ਹਿਰ ਦੇ ਰਸ ਅੰਦਰ ਇਕੱਠੇ ਕੀਤੇ, ਅੰਦਰੋਂ ਅੰਧਾ ਹੈ, ਲੈਕ ਆਫ ਨੌਲੇਜ ਹੈ, ਅਗਿਆਨਤਾ ਦਾ ਹਨੇਰਾ ਹੈ। ਸਿੱਖ ਇਸ ਤੋਂ, ਜਦੋਂ ਵੀ ਮਨ ਕੂੜ ਕੁਸੰਗ ਦੇ ਰਸਾਂ ਵਿੱਚ ਉਲਝਦਾ ਹੈ, ਇਹ ਮਨ ਦੀ ਜ਼ਬਾਨੀ ਹੈ। ਚੌਥਾ ਪਹਿਰਾ ਰਹਿਣ ਕੈ ਬਣਜ਼ਾਰਿਆ ਮਿੱਤਰਾ, ਦਿਨ ਨੇੜਾ ਆਇਆ ਸੋਏ। ਸਿੱਖ ਜਦੋਂ ਚੌਥਾ ਪਹਿਰਾ ਆਉਂਦਾ ਨਾ, ਜ਼ਿੰਦਗੀ ਦਾ ਵਡੇਪਾ ਆਉਂਦਾ, ਫਿਰ ਮੌਤ ਦੇ ਨੇੜੇ ਪਹੁੰਚ ਗਿਆ। ਸਿੱਖ ਇਸ ਤੋਂ, ਗੁਰਮੁਖ ਨਾਮ ਸੰਭਾਲ ਤੂੰ, ਬਣਜ਼ਾਰਿਆ ਮਿੱਤਰਾ, ਤੇਰਾ ਦਰਗਾਹ ਬੇਲੀ ਹੋਏ। ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਗਿਆਨ ਰੂਪੀ ਨਾਮ ਹੈ। ਇਹਨੂੰ ਮੰਨਣ ਦੀ ਭਾਵਨਾ ਅੰਦਰ ਵਸਾ ਲੈ, ਇਹਨੂੰ ਹਿਰਦੇ 'ਚ ਵਸਾਇਆ। ਬਣਜ਼ਾਰਿਆ ਮਿੱਤਰਾ, ਇਹਨੇ ਰੱਬ ਦੀ ਦਰਗਾਹ 'ਚ ਬੇਲੀ ਹੋਣਾ, ਜਿੱਥੋਂ ਬਖਸ਼ਿਸ਼ ਮਿਲਣੀ ਹੈ ਨਾ, ਰੱਬ ਦੀ ਦਰਗਾਹ ਤੋਂ ਬਖਸ਼ਿਸ਼ ਮਿਲਣੀ ਹੈ। ਤੇ ਬਖਸ਼ਿਸ਼ ਗੁਰੂ ਦੇ ਉਪਦੇਸ਼ ਮੰਨਣ ਦੀ ਭਾਵਨਾ ਨਹੀਂ ਦਬਾਉਣੀ ਹੈ। ਗੁਰਮੁਖ ਨਾਮ ਸੰਭਾਲ ਪ੍ਰਾਣੀ, ਅੰਤੇ ਹੋਏ ਸਖਾਈ। ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼, ਇਹਨੂੰ ਮੰਨਣ ਦੀ ਭਾਵਨਾ ਦੇ ਨਾਲ ਜਿਹੜਾ ਸੁਭਾਅ ਬਣਦਾ ਨਾ, ਉਹ ਗੁਰਮੁਖ ਸੁਭਾਅ ਹੁੰਦਾ ਹੈ। ਗੁਰਮੁਖ ਸੁਭਾਅ ਗਿਆਨ ਰੂਪੀ ਨਾਮ ਨੂੰ ਸਮਰਪਿਤ ਹੁੰਦਾ ਹੈ।
ਤੇ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦੇ ਰਸ ਵਿੱਚ ਜਿਉਂਦਾ ਹੋਇਆ ਧਿਆਨ ਰੂਪੀ ਨਾਮ ਨੂੰ ਵੀ ਸਮਰਪਿਤ ਹੁੰਦਾ ਹੈ। ਇਹ ਪ੍ਰਾਣੀ ਤੁਰ ਇਸ ਮਾਰਗ ਤੇ, ਇਹਦੇ ਵਿੱਚ ਬਖਸ਼ਿਸ਼ ਤੇ ਸੁੱਖ ਮਿਲਦਾ ਹੈ, ਆਨੰਦ ਮਿਲਦਾ ਹੈ, ਸੰਤੁਸ਼ਟੀ ਮਿਲਦੀ ਹੈ ਅੰਦਰ। ਜਿਹਦੇ ਕੋਲੇ ਸੰਤੁਸ਼ਟੀ ਹੋਏਗੀ ਨਾ, ਫੁਲੀ ਸੈਟਿਸਫਾਈਡ ਹੋਏਗਾ, ਉਹ ਅਡੋਲ ਹੋਏਗਾ। ਉਹਨੂੰ ਦੁਨੀਆ ਦੀਆਂ ਰੁਕਾਵਟਾਂ, ਦੁਨੀਆ ਦੇ ਵਿਘਨ ਕੁਛ ਨਹੀਂ ਹਿਲਾ ਸਕਣਗੇ, ਕਿਉਂਕਿ ਅੰਦਰੋਂ ਸੰਤੁਸ਼ਟ ਹੈ। ਉਹਨੂੰ ਅੰਦਰੋਂ ਕਲੀਅਰ ਹੈ ਕਿ ਮੈਂ ਜਿਸ ਮਿਸ਼ਨ ਤੇ ਤੁਰ ਰਿਹਾ ਸੰਤੁਸ਼ਟ ਹੈ, ਮੇਰੇ ਗੁਰੂ ਦਾ ਮਿਸ਼ਨ ਹੈ। ਇਹ ਮੋਹ ਮਾਇਆ ਤੇਰਾ ਸੰਗ ਨਾ ਚਾਲੈ, ਝੂਠੀ ਪ੍ਰੀਤ ਲਗਾਈ। ਇਹ ਜਿਹੜੀ ਕੂੜੀਆਂ ਆਦਤਾਂ ਦੀ ਤੇ ਆਦਤਾਂ ਦੀਆਂ ਰਸਾਂ ਦੀ ਪ੍ਰੀਤ ਲੱਗੀ ਹੋਈ ਹੈ ਨਾ, ਇਹਨੇ ਸਾਥ ਨਹੀਂ ਦੇਣਾ, ਨਿਭਣਾ ਨਹੀਂ। ਲੋਭ ਦੀ ਪ੍ਰੀਤ, ਬਹੁਤ ਸਾਰਾ ਧਨ ਇਕੱਠਾ ਕਰ ਲਵਾਂ, ਬਹੁਤ ਸਾਰੀ ਪ੍ਰਾਪਰਟੀ ਬਣਾ ਲਵਾਂ। ਜਦੋਂ ਤੇਰੇ ਇਕੱਠੇ ਕੀਤੇ ਧਨ ਤੇ ਤੇਰੀ ਇਕੱਠੀ ਕੀਤੀ ਪ੍ਰਾਪਰਟੀ ਦੇ ਸਾਈਡ ਇਫੈਕਟ ਤੇਰੇ ਹੀ ਘਰ ਤੇ ਤੇਰੇ ਹੀ ਬੱਚਿਆਂ ਵਿੱਚ ਆਏ ਨਾ, ਇਸ ਉਲਝਣ ਤਾਣੀ ਦੇ ਵਿੱਚ ਤੈਨੂੰ ਇਸ ਲੋਭ ਦੀ ਪ੍ਰੀਤ ਨੇ ਸਾਥ ਕੋਈ ਨਹੀਂ ਦੇਣਾ। ਆਖੋ ਵਾਹਿਗੁਰੂ। ਜੈਲਸ ਹੋਈ ਜਾਣਾ, ਨਿੰਦਾ ਕਰੀ ਜਾਣੀ, ਆਪਣਿਆਂ ਦੀ ਹੀ ਨਿੰਦਾ ਕਰੀ ਜਾਣੀ, ਆਪਣਿਆਂ ਨੂੰ ਹੀ ਘਟੀਆ ਸ਼ੋਅ ਕਰੀ ਜਾਣਾ, ਉਹਦਾ ਅਸਰ ਬੱਚਿਆਂ ਤੇ ਪੈ ਜਾਣਾ, ਬੱਚੇ ਉਹੇ ਜਿਹੇ ਬਣ ਜਾਣੇ। ਜਦੋਂ ਬੱਚਿਆਂ ਦਾ ਸੁਭਾਅ ਸੋਚ ਵਿਗੜਦੀ ਦਿਸੀ, ਫਿਰ ਤੁਸੀਂ ਕਹਿਣਾ ਇਹਨੂੰ ਸਮਝਾਓ ਜੀ, ਇਹਨੂੰ ਸਮਝਾਓ ਜੀ। ਕੌਣ ਸਮਝਾਵੇ? ਚਾਚਾ ਸਮਝਾਵੇ। ਚਾਚੇ ਦੀਆਂ ਤਾਂ ਤੁਸੀਂ ਨਿੰਦਾ ਕਰ ਕਰਕੇ ਬੱਚਿਆਂ ਦੇ ਮਨ ਤੋਂ ਉਹਨਾਂ ਦਾ ਪ੍ਰਭਾਵ ਖਤਮ ਕਰ ਦਿੱਤਾ। ਤਾਇਆ, ਮਾਮਾ, ਭੂਆ, ਸ਼ਰੀਕਾ, ਸਾਰਿਆਂ ਦੀ ਨਿੰਦਾ ਤੁਸੀਂ ਘਰ ਵਿੱਚ ਕੀਤੀ, ਬੱਚਿਆਂ 'ਤੇ ਉਹਨਾਂ ਦਾ ਪ੍ਰਭਾਵ ਹੀ ਖਤਮ ਹੋ ਗਿਆ। ਬਚਪਨ ਤੱਕ ਹੀ ਪ੍ਰਭਾਵ ਸੀ, ਜਵਾਨੀ 'ਚੋਂ ਕਹਿੰਦੇ ਨੇ ਇਹ ਵੀ ਉਹੇ ਜਿਹੇ ਹੈ, ਕਿਉਂਕਿ ਤੁਸੀਂ ਖੁਦ ਪਾਇਆ। ਫਿਰ ਤੁਸੀਂ ਵਿਦਵਾਨ ਸੱਜਣ ਜਿਹਦੇ ਵੀ ਨੈਗੇਟਿਵ ਪ੍ਰਭਾਵ ਨਿੰਦਾ ਕਰਕੇ ਪਾਇਆ, ਉਹਨਾਂ ਦਾ ਪ੍ਰਭਾਵ ਚੱਕਿਆ ਗਿਆ। ਹੁਣ ਕੌਣ ਇਹਨਾਂ ਨੂੰ ਸਮਝਾਵੇ? ਉਹ ਜਿਹੜੀ ਨਿੰਦਾ ਦੇ ਰਸ ਦੀ ਪ੍ਰੀਤ ਸੀ, ਇਹਨੇ ਸਾਥ ਨਹੀਂ ਦੇਣਾ। ਆਖੋ ਵਾਹਿਗੁਰੂ। ਇਸ ਤਰ੍ਹਾਂ ਜਿੰਨੀਆਂ ਵੀ ਕੁਸੰਗੀ ਆਦਤਾਂ ਨੇ, ਰੱਬ ਦੇ ਮਾਰਗ ਤੋਂ, ਗੁਰੂ ਦੇ ਮਾਰਗ ਤੋਂ ਉਲਟ ਆਦਤਾਂ ਨੇ, ਜਦੋਂ ਉਹਨਾਂ ਦਾ ਸਾਈਡ ਇਫੈਕਟ ਜ਼ਿੰਦਗੀ 'ਚ ਆਉਣਾ ਹੈ ਨਾ, ਉਹ ਜਿਹੜੀ ਪ੍ਰੀਤ ਪਾਈ ਹੋਈ ਹੈ ਨਾ, ਉਹਨੇ ਸਾਥ ਨਹੀਂ ਦੇਣਾ। ਆਖੋ ਵਾਹਿਗੁਰੂ। ਸਗਲੀ ਰਹਿਣ ਗੁਦਰੀ ਅੰਧਿਆਰੀ, ਸੇਵ ਸਤਿਗੁਰ ਚਾਨਣ ਹੋਏ। ਸਾਰੀ ਜ਼ਿੰਦਗੀ ਅਗਿਆਨਤਾ ਦੇ ਹਨੇਰੇ ਵਿੱਚ ਬਤੀਤ ਹੋਈ। ਗੁਰੂ ਦੇ ਉਪਦੇਸ਼ ਨੂੰ ਮੰਨ ਕੇ ਤਾਂ ਦੇਖ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਦੀ ਆਵਾਜ਼ ਨੂੰ ਤਾਂ ਸਮਝ, ਉਸ ਸਤਿਗੁਰ ਸਰੂਪ ਦੀ ਸੇਵਾ ਸਤਿਗੁਰੂ ਨੂੰ ਮੰਨਣਾ ਹੈ। ਉਹ ਜੋ ਮੰਨਣ ਦੀ ਸੇਵਾ ਤੇਰੇ ਅੰਦਰ ਆਦਤ ਬਣ ਗਈ ਨਾ, ਉਹਨੇ ਤੈਨੂੰ ਸੋਝੀ ਕਰਾਉਣੀ ਹੈ। ਉਹ ਚਾਨਣ ਆਖੋ। ਇੱਥੇ ਚਾਨਣ ਵਰਤਿਆ ਸ਼ਬਦ ਸੋਝੀ। ਜਿੱਥੇ ਪ੍ਰਕਾਸ਼ ਸ਼ਬਦ ਆਉਂਦਾ, ਉਹਦੇ 'ਚ ਸੋਝੀ ਦੇ ਨਾਲ ਆਨੰਦ ਖੇੜਾ ਵੀ ਹੈ। ਕਹੋ ਨਾਨਕ ਪ੍ਰਾਣੀ ਚੌਥਾ ਪਹਿਰੈ, ਦਿਨ ਨੇੜੇ ਆਇਆ ਸੋਏ। ਉਧਰ ਚੌਥਾ ਪਹਿਰ ਵਡੇਪਾ ਹੁੰਦਾ ਤੇ ਵਡੇਪੇ 'ਚ ਮੌਤ ਨੇੜੇ ਹੁੰਦੀ ਹੈ। ਮਨ ਦੇ ਅੰਦਰ ਪਿਆਰਿਆ, ਇੱਥੇ ਪੋਜ਼ਿਟਿਵ ਪੱਖ ਦਿੱਤਾ ਹੈ। ਤੂੰ ਨੇੜੇ ਆਇਆ ਸਮਝ, ਹਰ ਵੇਲੇ ਜ਼ਿੰਦਗੀ ਦੀ ਵੈਲਿਊ ਸਮਝ। ਮੌਤ ਕਦੋਂ ਆ ਜਾਵੇ ਕੁਛ ਨਹੀਂ ਪਤਾ। ਇਹ ਯਾਦ ਰੱਖ, ਜ਼ਿੰਦਗੀ ਛੱਡ ਕੇ ਜਾਣੀ ਹੈ ਤੇ ਗੁਣਾਂ ਵਿੱਚ ਜਿਉਣਾ, ਗੁਣਾਂ ਨਾਲ ਪਰਉਪਕਾਰ ਕਰਨਾ, ਗੁਰੂ ਦੇ ਮਾਰਗ ਤੇ ਤੁਰ ਕੇ ਗੁਰੂ ਦੀ ਬਖਸ਼ਿਸ਼ ਲੈ ਕੇ ਜੀਵਨ ਸਫਲ ਕਰਨਾ। ਐਸੀ ਭਾਵਨਾ, ਐਸੀ ਸੋਚ ਅੰਦਰ ਆਵੇ, ਇਹੋ ਹੀ ਮਕਸਦ ਹੈ ਅਰਥਾਂ ਸਮੇਤ ਸਹਿਜ ਪਾਠ ਕਰਨ ਦਾ। ਸਤਿਗੁਰੂ ਕਿਰਪਾ ਕਰਨ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।